ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਤ੍ਰਿਸ਼ਨਾ ਉਰ ਤੇ ਸਭ ਦੂਰ ਕਰੇ, ਸੋ ਖਿਮਾ ਪਰਿਪੂਰਨ ਕੋ ਉਰ ਧਾਰੇ। ਕਰੁਣਾ ਜਨ ਦੀਨਨ ਹੇਰ ਸਦਾ, ਪੁਨ ਪਾਪਨ ਤੇ ਮਨ ਪ੍ਰੀਤ ਨਵਾਰੇ। ਤ੍ਰਿਸ਼ਨਾ ਉਰ ਤੇ ਸਭ ਦੂਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਸਵਈਆ ਉਚਾਰ ਰਹੇ, ਕਹਿੰਦੇ ਹਨ ਤ੍ਰਿਸ਼ਨਾ ਉਰ ਤੇ ਸਭ ਦੂਰ ਕਰੇ। ਇਹ ਭਾਈ ਆਪਣੇ ਹਿਰਦੇ ਵਿੱਚੋਂ ਸਾਰੇ ਪਦਾਰਥਾਂ ਆਦਿ ਦੀ ਜਿਹੜੀ ਤ੍ਰਿਸ਼ਨਾ ਹੈ, ਤਮਾ ਖਵਾਇਸ਼ ਚਾਹਨਾ ਹੈ, ਉਹ ਸਾਰੀ ਨੂੰ ਦੂਰ ਕਰੇ, ਦੂਰ ਕਰ ਦੇਵੇ, ਜਾਂ ਵੀ ਦੂਰ ਕਰ ਦੇਵੋ। ਜਿਹੜੀ ਹਿਰਦੇ ਵਿੱਚ ਕੋਈ ਚਾਹਨਾ ਇੱਛਾਵਾਂ ਪਦਾਰਥਾਂ ਦੀਆਂ ਹੈ, ਉਹ ਸਾਰੀਆਂ ਤ੍ਰਿਸ਼ਨਾਵਾਂ ਚਾਹਨਾ ਦੂਰ ਕਰ ਦੇਵੋ। ਸੋ ਖਿਮਾ ਪਰਿਪੂਰਨ ਕੋ ਉਰ ਧਾਰੇ। ਅਤੇ ਸੋ ਜਿਹੜੀ ਖਿਮਾ ਵਾਲਾ ਸੁਭਾਅ ਹੈ, ਉਹ ਖਿਮਾ ਵਾਲੇ ਮਾਫ਼ ਕਰਨ ਵਾਲੇ ਸੁਭਾਅ ਨੂੰ ਆਪਣੇ ਹਿਰਦੇ ਵਿੱਚ ਪਰਿਪੂਰਨ ਲਬਾਲਬ ਨਕਾ ਨਕ ਭਰ ਕੇ ਧਾਰੇ। ਇਹ ਜੀਵ ਧਾਰੇ ਜਾਂ ਧਾਰਨ ਕਰੋ। ਇਹੋ ਜਿਹਾ ਸੁਭਾਅ ਬਣਾਓ ਖਿਮਾ ਵਾਲਾ, ਅਤੇ ਹਿਰਦੇ ਵਿੱਚ ਪਰਿਪੂਰਨਤਾ ਖਿਮਾ ਦੀ ਧਾਰਨ ਕਰੋ। ਸੋ ਖਿਮਾ ਪਰਿਪੂਰਨ ਕੋ ਉਰ ਧਾਰੇ। ਜਿਹੜੀ ਖਿਮਾ ਹੈ, ਖਿਮਾ ਵਾਲਾ ਸੁਭਾਅ ਹੈ, ਉਹਨੂੰ ਆਪਣੇ ਹਿਰਦੇ ਵਿੱਚ ਲਬਾਲਬ ਪਰਿਪੂਰਨ ਧਾਰੋ। ਕਰੁਣਾ ਜਨ ਦੀਨਨ ਹੇਰ ਸਦਾ। ਦੀਨਨ ਜਿਹੜੇ ਗਰੀਬ ਜਨ ਮਨੁੱਖ ਹੈ, ਗਰੀਬ ਮਨੁੱਖਾਂ ਵੱਲ ਸਦਾ ਕਹੀਏ ਹਮੇਸ਼ਾ ਹੀ ਕਰੁਣਾ ਕਹੀਏ ਦਿਆਲਤਾ ਦੀ ਦ੍ਰਿਸ਼ਟੀ ਨਾਲ ਹੇਰ ਦੇਖਣਾ ਕਰ। ਇਹ ਜੀਵ, ਇਹ ਭਾਈ ਸਦਾ ਹੀ ਜਿਹੜਾ ਨਾ ਕਰੁਣਾ ਮਿਹਰ ਦਿਆਲਤਾ ਦੀ ਦ੍ਰਿਸ਼ਟੀ ਨਾਲ ਗਰੀਬਾਂ ਵੱਲ ਦੇਖਣਾ ਕਰ। ਘੂਰਨਾ ਉਹਨਾਂ ਨੂੰ, ਗਰੀਬਾਂ ਨੂੰ ਵੇਖ ਕੇ ਐਵੇਂ ਜਲਨਸ਼ੀਲਾ ਹੋ ਘਿਰਣਾ ਨਾ ਕਰ, ਦਿਆਲਤਾ ਦੀ ਦ੍ਰਿਸ਼ਟੀ ਨਾਲ ਹੀ ਦੇਖਣਾ ਕਰ ਉਹਨਾਂ ਨੂੰ। ਪੁੰਨ ਪਾਪਨ ਤੇ ਮਨ ਪ੍ਰੀਤ ਨਵਾਰੇ। ਪੁੰਨ ਜੋ ਫਿਰ ਜਿਹੜੇ ਪਾਪ ਹਨ, ਉਹ ਪਾਪ ਕਰਮਾਂ ਦੀ ਆਪਣੇ ਮਨ ਵਿੱਚੋਂ ਜਿਹੜੀ ਪ੍ਰੀਤੀ ਹੈ, ਪ੍ਰੇਮ ਹੈ, ਉਹ ਨਿਵਰਤ ਕਰ ਦੇਵੋ, ਦੂਰ ਕਰ ਦਿਓ। ਪਦਵੀ ਸ਼ੁਭ ਸੰਤਨ ਕੀ ਪਕਰੇ। ਸ੍ਰੇਸ਼ਟ ਜੀਵਨ ਵਾਲੇ ਮਹਾਂਪੁਰਸ਼ਾਂ ਦੀ ਜਿਹੜੀ ਪਦਵੀ ਆ, ਉਹਦੀ ਰੀਤੀ ਗ੍ਰਹਿਣ ਇਹ ਜੀਵ ਨੂੰ ਪਕੜਨੀ ਚਾਹੀਦੀ, ਕਰਨੀ ਚਾਹੀਦੀ ਹੈ। ਪਦਵੀ ਸ਼ੁਭ ਸੰਤਨ ਕੀ ਪਕਰੇ। ਜਿਹੜੇ ਸ਼ੁਭ ਸੰਤ, ਚੰਗੇ ਸ੍ਰੇਸ਼ਟ ਜੀਵਨ ਵਾਲੇ ਸੰਤ ਹਨ, ਮਹਾਂਪੁਰਖ, ਉਹਨਾਂ ਦੀ ਜਿਹੜੀ ਪਦਵੀ, ਉਹਨਾਂ ਦੀ ਭਾਵ ਰੀਤੀ ਮਰਿਆਦਾ ਹੈ, ਉਹਨਾਂ ਦੇ ਜਿਹੜੇ ਲੱਛਣ ਹੈ, ਉਹਨਾਂ ਨੂੰ ਪਕੜੇ, ਗ੍ਰਹਿਣ ਕਰਨਾ ਕਰੇ। ਭਵ ਬੰਧਨ ਮੂਲ ਸੋ ਮੋਹ ਉਖਾਰੇ। ਸੰਸਾਰ ਦੇ ਜਿਹੜੇ ਬੰਧਨ ਜੰਜਾਲਾਂ ਦੇ ਮੁੱਢ, ਉਹ ਕੀ ਆ? ਮੋਹ। ਅਤੇ ਮੋਹ ਕਾਹਦੇ ਕਰਕੇ? ਅਗਿਆਨ ਕਰਕੇ। ਮੋਹ ਅਤੇ ਅਗਿਆਨ ਨੂੰ ਉਖਾੜ ਦੇਵੇ, ਪੁੱਟ ਦੇਣਾ ਕਰੇ। ਸੰਸਾਰ ਦੇ ਵਿੱਚ ਵੱਡਾ ਜਿਹੜਾ ਬੰਧਨ, ਉਹ ਕੀ ਆ? ਸਾਰੇ ਭਾਵ ਬੰਧਨ, ਸੰਸਾਰ ਦੇ ਬੰਧਨਾਂ ਦੇ ਜਿਹੜਾ ਮੁੱਢ ਹੈ, ਉਹ ਹੈ ਮੋਹ ਅਗਿਆਨ। ਇਸ ਮੋਹ ਅਤੇ ਅਗਿਆਨ ਨੂੰ ਉਖਾੜੇ, ਪੁੱਟ ਦੇਣਾ ਕਰੇ। ਅਤੇ ਸੰਤਾਂ ਦੀ ਜਿਹੜੀ ਰੀਤੀ ਹੈ, ਸੰਤਾਂ ਦੀ ਪਦਵੀ ਜਿਹੜੀ ਪੌੜੀ ਹੈ, ਉਸ ਨੂੰ ਗ੍ਰਹਿਣ ਕਰਨਾ ਕਰੇ, ਉਹਦੇ 'ਤੇ ਚੜ੍ਹਨਾ ਕਰੇ।
ਜਨ ਕੋਵਿਦ ਪ੍ਰੀਤ ਸੋ ਨੀਤ ਕਰੇ। ਜਿਹੜੇ ਕੋਵਿਦ ਜਨ ਹਨ, ਕੋਵਿਦ ਕਹੀਦਾ ਵਿਦਵਾਨਾਂ ਨੂੰ, ਵਿਦਵਾਨ ਸਿਆਣੇ ਸੂਝਵਾਨ, ਉਸ ਜਨ ਮਨੁੱਖਾਂ ਦੇ ਨਾਲ ਨੀਤ ਨਿਤਾ ਪ੍ਰਤੀ ਹਮੇਸ਼ਾ ਜਿਹੜੀ ਪ੍ਰੀਤੀ ਪ੍ਰੇਮ ਪਿਆਰ ਕਰੇ, ਸਿਆਣਿਆਂ ਪੁਰਸ਼ਾਂ ਨਾਲ ਭਾਵ ਬਹਿਣ ਖਲੋਣ ਰੱਖੇ, ਵਿਦਵਾਨਾਂ ਨਾਲ, ਉਹਨਾਂ ਵਿਦਵਾਨ ਜਨਾਂ ਨਾਲ ਹਮੇਸ਼ਾ ਪ੍ਰੀਤੀ ਕਰੇ। ਹਰ ਰੂਪ ਸਦਾ ਮਨ ਮਾਹੇ ਚਿਤਾਰੇ। ਹਰੀ ਪਰਮਾਤਮਾ ਦਾ ਸਰੂਪ ਜੋ ਸੋਹਣੇ ਨੱਕ ਜਿਨ ਲੰਬੜੇ ਵਾਲਾ, ਉਸ ਸਰੂਪ ਨੂੰ ਸਦਾ ਹਮੇਸ਼ਾ ਹੀ ਆਪਣੇ ਮਨ ਮਾਹੇ, ਮਨ ਦੇ ਵਿੱਚ ਚਿਤਾਰੇ ਕਹੀਏ ਯਾਦ ਕਰਦਾ ਰਹੇ, ਐਸੀ ਅਵਸਥਾ ਬਣਾਵੇ। ਵਿਦਵਾਨ ਗੁਰੂ ਘਰ ਦੇ ਸੂਝਵਾਨ ਪੁਰਸ਼ਾਂ ਕਮਾਈ ਵਾਲਿਆਂ ਦੇ ਨਾਲ ਪ੍ਰੀਤੀ ਕਰੇ ਅਤੇ ਪਰਮਾਤਮਾ ਦੇ ਸਰੂਪ ਵਿੱਚ ਸਦਾ ਹੀ ਆਪਣੇ ਮਨ ਨੂੰ ਲਾ ਕੇ ਚਿਤਾਰੇ ਯਾਦ ਕਰਦਾ ਰਹੇ। ਸਵਈਆ ਕਿੰਚਿਤ ਹੈ ਅਲਕਾ ਸਰੁਤ ਉਪਰ। ਅਗਲੇ 3 ਸਵਈਆਂ ਵਿੱਚ ਜਿਹੜੇ ਹੁਣ 3 ਸਵਈਏ ਆਉਣ ਡੇ, ਪਰਮਾਤਮਾ ਦੇ ਸਰਗੁਣ ਸਰੂਪ ਦਾ ਜ਼ਿਕਰ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਕਰਦੇ, ਜਿਵੇਂ ਗ੍ਰੰਥਾਂ ਵਿੱਚ ਲਿਖਿਆ ਹੋਇਆ, ਗੁਰਬਾਣੀ ਵਿੱਚ ਵੀ ਲਿਖਿਆ ਹੋਇਆ। ਉਸ ਪ੍ਰਕਾਰ ਨਾਲ ਕਿੰਚਿਤ ਹੈ ਅਲਕਾ ਸਰੁਤ ਉਪਰ। ਹੇ ਪ੍ਰਭੂ, ਤੇਰੇ ਸਰਗੁਣ ਸਰੂਪ ਵਿੱਚ ਤੇਰੇ ਜਿਹੜੇ ਕੇਸਾਂ ਦੀਆਂ ਕਿੰਚਿਤ ਕਹੀਏ ਥੋੜ੍ਹੀਆਂ, ਕਿੰਚਿਤ ਦਾ ਅਰਥ ਹੁੰਦਾ ਥੋੜ੍ਹੀਆਂ, ਥੋੜ੍ਹੀਆਂ ਜੋ ਅਲਕਾਂ ਜ਼ੁਲਫਾਂ, ਉਹ ਜ਼ੁਲਫਾਂ ਸਰੁਤ ਉੱਪਰ, ਸਰੁਤ ਨਾਮ ਕੰਨਾਂ ਦਾ, ਉੱਪਰ ਨਾਮ ਉੱਤੇ, ਉੱਪਰ ਨਾਮ ਉੱਪਰ, ਸਰੁਤ ਉੱਪਰ ਕੰਨਾਂ ਉੱਪਰ ਲਟਕ ਰਹੀਆਂ ਹਨ। ਇਹ ਗ੍ਰੰਥਾਂ ਵਿੱਚ ਵੀ ਲਿਖਿਆ ਸਰੂਪ, ਅਤੇ ਕਵੀ ਸਾਹਿਬ ਜੀ ਆਪਣੇ ਵੱਲੋਂ ਵੀ ਕਹਿ ਰਹੇ ਹੈ ਕਿ ਪ੍ਰਭੂ ਤੇਰੇ ਸਰਗੁਣ ਸਰੂਪ ਵਿੱਚ ਕਿੰਚਿਤ ਥੋੜ੍ਹੀਆਂ ਜਿਹੜੀਆਂ ਅਲਕਾਂ ਜ਼ੁਲਫਾਂ ਉਹ ਕੰਨਾਂ ਦੇ ਉੱਪਰ ਲਟਕ ਰਹੀਆਂ ਹਨ। ਕੁੰਡਲ ਹੈ ਸ਼ੁਭ ਕਾਨਨ ਮਾਹੀ। ਅਤੇ ਆਪ ਜੀ ਦੇ ਕਾਨਨ, ਕੰਨਾਂ ਦੇ ਵਿੱਚ ਜਿਹੜੇ ਕੁੰਡਲ ਸ੍ਰੇਸ਼ਟ ਕੁੰਡਲ ਪਾਏ ਹੋਏ ਆ, ਉਹ ਬੜੇ ਹੀ ਸ਼ੁਭ ਕਹੀਏ ਚੰਗੇ ਜਿਹੜੇ ਕੁੰਡਲ ਪਾਏ ਹੋਏ ਬੜੇ ਸ਼ੋਭ ਰਹੇ ਹਨ, ਬੜੇ ਚਮਕ ਦਮਕ ਰਹੇ ਹਨ। ਕੁੰਡਲ ਕੇ ਕਚ ਮੇਚਕ ਮੈਂ। ਉਹਨਾਂ ਕੰਨਾਂ ਦੇ ਵਿੱਚ ਪਾਏ ਜਿਹੜੇ ਕੁੰਡਲ ਵਾਲੇ ਹੈ, ਉਹ ਮੇਚਕ ਕਾਲੇ ਕਾਲੇ ਜਿਹੜੇ ਕੱਚ ਕਹੀਏ ਕੇਸ ਹੈ, ਉਹ ਕੇਸਾਂ ਦੇ ਵਿੱਚ ਲਸਕੈ ਤੜਤਾ ਘਨ ਮੇਚਕ ਮਾਹੀ। ਇਉਂ ਚਮਕ ਰਹੇ ਹਨ ਜਿਵੇਂ ਮੇਚਕ ਕਹੀਏ ਕਾਲੇ ਜਿਹੜੇ ਘਨ ਸੰਘਣੇ ਬੱਦਲ ਹੈ, ਉਹ ਸੰਘਣੇ ਬੱਦਲਾਂ ਵਿੱਚ ਜਿਵੇਂ ਤੜਤਾ ਕਹੀਏ ਬਿਜਲੀ ਲਿਸ਼ਕਦੀ ਚਮਕਦੀ ਹੈ। ਕੁੰਡਲ ਕੇ ਕੱਚ ਮੇਚਕ ਮੈਂ। ਕੁੰਡਲਾਂ ਵਾਲੇ ਜਿਹੜੇ ਵਾਲੇ ਹੈ, ਉਹ ਕੱਚ ਨਾਮ ਕੇਸਾਂ ਦਾ, ਕੇਸਾਂ ਦੇ ਵਿੱਚ ਕੁੰਡਲ ਜਿਹੜੇ ਹੈ ਨਾ ਆਪ ਜੀ ਦੇ ਕੰਨਾਂ ਵਿੱਚ ਪਾਏ ਹੋਏ ਮਹਾਰਾਜ, ਉਹਦੇ ਮੇਚਕ ਮੈਂ, ਕੱਚ ਮੇਚਕ ਮੈਂ। ਕੱਚ ਨਾਮ ਕੇਸਾਂ ਦਾ, ਮੇਚਕ ਨਾਮ ਕਾਲੇ ਦਾ। ਕਾਲੇ ਕੇਸਾਂ ਵਿੱਚ ਤੇ ਇਉਂ ਲਿਸ਼ਕਾਂ ਮਾਰ ਰਹੇ ਹੈ, ਕਹਿੰਦੇ ਇਉਂ ਚਮਕ ਦਮਕ ਰਹੇ ਹੈ। ਘਨ ਮੇਚਕ ਮਾਹੀ, ਘਨ ਨਾਮ ਬੱਦਲ ਦਾ, ਮੇਚਕ ਨਾਮ ਕਾਲੇ ਦਾ। ਜਿਵੇਂ ਕਾਲੇ ਬੱਦਲਾਂ ਵਿੱਚ ਤੜਤਾ ਬਿਜਲੀ ਲਸਕਦੀ ਚਮਕਦੀ ਹੈ। ਬੋਲ ਸਮੇਂ ਸ਼ਬ ਪੁੰਜ ਦੁਰੰਗ। ਜਦੋਂ ਤੁਸੀਂ ਕਦੋਂ ਕੁਝ ਬੋਲਦੇ ਹੋ ਤਾਂ ਉਹ ਬੋਲਣ ਦੇ ਸਮੇਂ, ਬੋਲਣ ਦੇ ਵੇਲੇ, ਜਦੋਂ ਤੁਸੀਂ ਬੋਲਦੇ ਹੋ ਨਾ ਮਹਾਰਾਜ, ਉਹ ਬੋਲਣ ਸਮੇਂ, ਬੋਲਣ ਵੇਲੇ ਤੁਹਾਡੀਆਂ ਜਿਹੜੀਆਂ ਕਪੋਲਣ ਸਾਗਰ 'ਤੇ ਨਿਕਸਾਈ ਅਰਥ ਵਾਸਤੇ, ਬੋਲਣ ਸਮੇਂ ਤੁਹਾਡੀਆਂ ਜਿਹੜੀਆਂ ਕਪੋਲਣ ਗੱਲਾਂ ਹੈ, ਗੱਲਾਂ ਦੀ ਤੇ ਐਸੀ ਜਿਹੜੀ ਛਵੀ ਫੱਬਦੀ ਹੈ,
ਸ਼ਬ ਨਾਮ ਸੋਭਾ ਦਾ, ਸੁੰਦਰਤਾ ਦਾ ਹੁੰਦਾ, ਅਤੇ ਛਵੀ ਵੀ ਇਕੱਲਾ ਕਹਿ ਲਈਦਾ, ਸੋਹਣਾ ਵੀ ਕਹਿ ਲਈਦਾ। ਗੱਲਾਂ ਦੀ ਤਾਂ ਐਸੀ ਛਵੀ ਸੋਭਾ ਫੱਬਦੀ ਹੈ, ਜਿਵੇਂ ਸਾਗਰ ਜਿਹੜਾ ਸਮੁੰਦਰ ਦੇ ਵਿੱਚੋਂ ਪੁੰਜ ਤਰੰਗਾਂ, ਪੁੰਜ ਨਾਮ ਸੂਹ ਦਾ, ਤਰੰਗ ਨਾਮ ਲਹਿਰਾਂ ਦਾ, ਸਮੂਹ ਲਹਿਰਾਂ ਬਾਹਰ ਨਿਕਸਾਈ ਨਿਕਲਦੀਆਂ ਹਨ। ਕਹਿਣ ਤੋਂ ਭਾਵ ਬੋਲ ਸਮੇਂ ਸ਼ਬ ਪੁੰਜ ਤਰੰਗ, ਕਪੋਲਣ ਸਾਗਰ ਤੇ ਨਿਕਸਾਹੀ। ਪ੍ਰਭੂ ਜਦੋਂ ਕਦੇ ਤੁਸੀਂ ਆਪਣੇ ਮੁੱਖ ਤੋਂ ਬੋਲਦੇ ਹੋ, ਉਹ ਬੋਲਣ ਸਮੇਂ ਤੁਹਾਡੀਆਂ ਜਿਹੜੀਆਂ ਗੱਲਾਂ ਹੈ ਕਪੋਲਣ, ਉਹ ਗੱਲਾਂ ਦੀ ਤਾਂ ਐਸੀ ਛਵੀ ਫੱਬਦੀ ਹੈ ਜਿਵੇਂ ਸਾਗਰ ਦੇ ਵਿੱਚੋਂ ਪੁੰਜ ਤਰੰਗ, ਸਮੂਹ ਤਰੰਗਾਂ ਜਿਵੇਂ ਨਿਕਲਦੀਆਂ ਹੋਣ, ਲਹਿਰਾਂ ਉੱਠਦੀਆਂ ਹੋਣ। ਨੈਣ ਹਰੇ ਮਦ ਕੰਜਨ ਕੇ ਸਾਮ। ਹੇ ਪ੍ਰਭੂ ਤੁਹਾਡੇ ਜਿਹੜੇ ਨੈਣ ਨੇਤਰ ਹੈ ਉਹ ਤਾਂ ਕਮਲਾਂ ਦੇ ਸਮਾਨ ਹਨ। ਕੰਜਨ ਕੇ ਸਾਮ, ਨੈਣ ਹਰੇ ਮਦ ਕੰਜਨ ਕੇ ਸਾਮ, ਤੁਹਾਡੇ ਜਿਹੜੇ ਨੇਤਰ ਹੈ ਉਹ ਕੰਜਨ ਕਹੀਏ ਕਮਲਾਂ ਦੇ ਪੱਤੀਆਂ ਦੇ ਸਮਾਨ ਹਨ, ਪਰ ਉਹ ਐਸੇ ਹੈ ਹਰੇ ਮਦ ਕੰਜਨ ਕੇ, ਉਸ ਕਮਲ ਫੁੱਲ ਦੇ ਵੀ ਮਦ ਮਾਣ ਨੂੰ ਹਰੇ ਨਾਸ ਕਰਦੇ ਹਨ। ਭਾਵ ਕਮਲਾਂ ਨਾਲੋਂ ਵੀ ਜ਼ਿਆਦਾ ਸੁੰਦਰ ਹਨ ਤੁਹਾਡੇ ਨੇਤਰ। ਕਮਲ ਦੇ ਪੱਤੀਆਂ ਵੀ ਜਿਹੜੀਆਂ ਰਾਤ ਸਮੇਂ ਮੁਰਝਾ ਜਾਂਦੀਆਂ, ਪਰ ਤੁਹਾਡੇ ਨੇਤਰ ਨਹੀਂ ਮੁਰਝਾਉਂਦੇ। ਇਸ ਕਰਕੇ ਕਮਲਾਂ ਫੁੱਲਾਂ ਦੇ ਮਾਣ ਨੂੰ ਵੀ, ਮਦ ਮਾਣ ਹੰਕਾਰ ਨੂੰ ਵੀ ਹਰੇ ਨਾਸ ਕਰਦੇ ਹਨ। ਆਨਨ ਕੇ ਸਸ ਕੋਟਕ ਨਾਹੀ। ਤੁਹਾਡਾ ਜਿਹੜਾ ਆਨਨ ਮੁਖੜਾ ਹੈ ਉਹ ਤਾਂ ਇੰਨਾ ਸੁੰਦਰ ਹੈ, ਉਸ ਮੁਖੜੇ ਦੇ ਸਮਾਨ ਸਸ ਕੋਟਕ ਨਾਹੀ। ਜਿਹੜੇ ਕੋਟਕ ਕਰੋੜਾਂ ਸਸ ਚੰਦਰਮਾ ਉਹ ਵੀ ਨਹੀਂ ਪੁੱਜ ਸਕਦੇ। ਭਾਵ ਤੁਹਾਡਾ ਮੁੱਖ ਇੰਨਾ ਸੁੰਦਰ, ਇੰਨਾ ਪ੍ਰਕਾਸ਼ ਰਿਹਾ, ਕਰੋੜਾਂ ਮੁੱਖ ਵੀ, ਕਰੋੜਾਂ ਚੰਦਰਮਾ ਵੀ ਤੁਹਾਡੇ ਮੁੱਖ ਦੇ ਸਮਾਨ ਨਹੀਂ ਪਹੁੰਚ ਸਕਦੇ। ਸਵਈਆ, ਕਵੀ ਜੀ ਇੱਥੇ ਪਰਮਾਤਮਾ ਦੇ ਸਰਗੁਣ ਸਰੂਪ ਦਾ ਕਥਨ ਕਰ ਰਹੇ। ਜਿਵੇਂ ਕਲਗੀਧਰ ਪਿਤਾ ਜੀ ਨੇ ਬਚਿੱਤਰ ਨਾਟਕ ਦੇ ਪਹਿਲੇ ਅਧਿਆਏ ਵਿੱਚ ਬੜਾ ਖੋਲ੍ਹ ਕੇ ਲਿਖਿਆ ਹੋਇਆ ਹੈ। ਜਿਵੇਂ ਉੱਥੇ ਲਿਖਿਆ ਨਾ, ਬੜਾ ਖੋਲ੍ਹ ਕੇ ਸਤਿਗੁਰੂ ਜੀ ਨੇ ਜਦੋਂ ਮਹਾਕਾਲ ਜੀ ਕੀ ਉਸਤਤ ਆਉਂਦੀ ਹੈ, ਉੱਥੇ ਵੀ ਬਹੁਤ ਸਰੂਪ ਪਰਮੇਸ਼ਰ ਦਾ ਸੋਹਣੇ ਢੰਗ ਨਾਲ ਗੁਰੂ ਸਾਹਿਬ ਜੀ ਨੇ ਬਚਿੱਤਰ ਨਾਟਕ ਬਾਣੀ ਦੇ ਪਹਿਲੇ ਅਧਿਆਏ 'ਚ ਲਿਖਿਆ ਹੋਇਆ। ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ, ਸੋਹਣੇ ਨਕ ਜਿਨ ਲੰਮੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ। ਇਹ ਉੱਥੇ ਵਿੱਚ ਕਥਨ ਕੀਤਾ ਹੈ। ਗੁਰਬਾਣੀ ਵਿੱਚ ਥਾਂ ਥਾਂ 'ਤੇ ਮਹਾਰਾਜ ਦਾ ਸਰੂਪ ਆਉਂਦਾ ਹੈ। ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ, ਮੋਹਨ ਮੋਹੇ ਲਿਆ ਮਨ ਮੇਰਾ। ਉਹ ਐਸਾ ਸਰੂਪ ਕਈ ਦੇ ਝਗੜਾ ਹੀ ਪਾ ਕੇ ਬਹਿ ਜਾਂਦੇ। ਉਹਦਾ ਜੀ ਕੋਈ ਸਰੂਪ ਹੀ ਨਹੀਂ ਹੈਗਾ, ਇਹਦੇ ਸਭ ਕਲਪੀਆਂ ਹੋਈਆਂ ਗੱਲਾਂ ਹੈ। ਪਰ ਮਹਾਰਾਜ ਕਹਿੰਦੇ, ਖੜਗ ਕੇਤ ਮੈਂ ਸਰਨ ਤਿਹਾਰੀ। ਖੜਗ ਦੀ ਧੁਜਾ ਵਾਲੇ ਮੈਂ ਤੇਰੀ ਸ਼ਰਨ ਵਿੱਚ ਹਾਂ। ਮਾਧਵ ਮੋਹਨ ਕ੍ਰਿਸ਼ਨ ਮੁਰਾਰੇ, ਕੇਸਵ ਨਾਮ ਦੱਸਿਆ ਵੀ ਕੇਸਾਂ ਵਾਲਾ ਪਰਮੇਸ਼ਰ। ਇੱਥੇ ਕਵੀ ਜੀ ਨੇ ਤਾਂ ਸਗੋਂ ਸੋਹਣਾ ਲਿਖਿਆ, ਸਗੋਂ ਸਾਡੇ ਸਿੱਖ ਜਿਹੜੇ ਬਣੇ ਫਿਰਦੇ ਉਹਨਾਂ ਨੂੰ ਕੱਖ ਨਹੀਂ ਪਤਾ। ਉਹ ਕਹਿੰਦੇ ਵੀ ਉਹਦਾ ਤਾਂ ਕੋਈ ਸਰੂਪ ਹੀ ਨਹੀਂ ਹੈਗਾ, ਪਰ ਸਰਗੁਣ ਸਰੂਪ ਉਹਦਾ ਐਸਾ ਹੀ ਹੈ ਜਿਵੇਂ ਗੁਰਬਾਣੀ 'ਚ ਲਿਖਿਆ। ਜਿਵੇਂ ਹੁਣ ਕਵੀ ਪੰਡਿਤ ਗੁਲਾਬ ਸਿੰਘ ਮਹਾਰਾਜ ਕਹਿ ਰਹੇ ਹੈ, ਜਿੰਨੇ ਅਵਤਾਰ ਹੈ ਉਹਦਾ ਸਰਗੁਣ ਸਰੂਪ ਹੀ ਹੈ। ਸੋ ਰਹੋ ਵਿਚਾਰ। ਸਵਈਆ ਭ੍ਰਿਗੁਟੀ ਕੁਟਲਾ, ਸ਼ੁਭ ਭਾਲ ਵਿਸਾਲ। ਹੁਣ ਸਰੂਪ ਦਾ ਹੋਰ ਦੱਸ ਰਹੇ ਹੈ। ਹੇ ਪ੍ਰਭੂ ਤੁਹਾਡੇ ਜਿਹੜੇ ਭ੍ਰਿਗੁਟੀ ਭਰਵੱਟੇ ਹੈ ਉਹ ਕੁਟਲਾ ਬੜੇ ਟੇਢੇ ਹਨ। ਟੇਢੇ ਭਾਵ ਜਿਵੇਂ ਕਮਾਨ ਹੁੰਦੀ ਹੈ ਨਾ, ਉਹ ਟੇਢੀ ਜੀ ਕਮਾਨ ਜਿਹਦੇ ਵਿੱਚ ਤੀਰ ਛੱਡੀਦਾ, ਉਹ ਕਮਾਨ ਦੇ ਸਦਰਸ਼ ਹਨ ਆਪ ਜੀ ਦੇ ਭ੍ਰਿਗੁਟੀ ਭਰਵੱਟੇ ਜਿਹੜੇ ਟੇਢੇ, ਕੁਟਲਾ ਕਹੀਏ ਟੇਢੇ।
ਭਾਲ ਵਿਸਾਲ, ਤੁਹਾਡਾ ਜਿਹੜਾ ਭਾਲ ਮੱਥਾ ਹੈ ਉਹ ਵਿਸਾਲ ਕਹੀਏ ਬਹੁਤ ਜ਼ਿਆਦਾ ਜਿਹੜਾ ਹੈ ਸ਼ੁਭ ਕਹੀਏ ਸ੍ਰੇਸ਼ਟ, ਵਿਸਾਲ ਕਹੀਏ ਚੌੜਾ ਹੈ। ਵਿਸਾਲ ਦਾ ਅਰਥ ਦੋਵੇਂ ਬਹੁਤ, ਆਪ ਜੀ ਦਾ ਜਿਹੜਾ ਭਾਲ ਮੱਥਾ ਬਹੁਤ ਜ਼ਿਆਦਾ ਸ਼ੁਭ ਕਹੀਏ ਚੰਗਾ ਹੈ, ਸ੍ਰੇਸ਼ਟ ਹੈ, ਅਤੇ ਵਿਸਾਲ ਕਹੀਏ ਚੌੜਾ ਹੈ। ਦੋਵੇਂ ਅਰਥ ਲਾ ਲੈਣੇ, ਬਹੁਤ ਵੀ ਅਤੇ ਚੌੜਾ ਵੀ ਵਿਸਾਲ। ਸੋ ਕੁੰਕਮ ਕੀ ਯੁਗ ਰੇਖ ਸੁਹਾਈ, ਉਸ ਚੌੜੇ ਮੱਥੇ ਉੱਪਰ ਕੁੰਕਮ ਜਿਹੜਾ ਕੇਸਰ ਹੈ, ਕੇਸਰ ਦੀਆਂ ਜਿਹੜੀਆਂ ਯੁਗ ਰੇਖ, ਯੁਗ ਕਹੀਏ ਦੋ ਜਿਹੜੀਆਂ ਰੇਖ ਲਕੀਰਾਂ ਉਹ ਤਾਂ ਬਹੁਤ ਹੀ ਸੁਹਾਈ ਕਹੀਏ ਸ਼ੋਭ ਰਹੀਆਂ ਹਨ। ਕੁੰਕਮ ਕੀ ਯੁਗ ਰੇਖ ਸੁਹਾਈ, ਉਸ ਚੌੜੇ ਮੱਥੇ ਉੱਪਰ ਕੁੰਕਮ ਕੇਸਰ ਦੀਆਂ ਜਿਹੜੀਆਂ ਦੋ ਰੇਖਾ ਲਕੀਰਾਂ ਉਹ ਤਾਂ ਇਉਂ ਸ਼ੋਭ ਰਹੀਆਂ ਹਨ। ਅੱਗੇ ਦੱਸ ਰਹੇ ਹੈ, ਯੁਗ ਕਾਂਚਨ ਕੇ ਸਰ ਲੈ ਰਤ ਨਾਹੀਂ, ਰਤ ਨਾਹੀਂ ਰੱਤੀ ਦੇ ਜਿਹੜਾ ਨਾਹੀਂ ਅਰਥ ਇੱਥੇ ਪਤੀ ਹੈ। ਰੱਤੀ ਦਾ ਪਤੀ ਕੌਣ? ਕਾਮਦੇਵ। ਕਾਮਦੇਵ ਨੇ ਯੋਗ ਕਾਂਚਨ, ਕਾਮਦੇਵ ਨੇ ਯੋਗ ਅਰਥ ਦੋ, ਕਾਮਦੇਵ ਨੇ ਦੋ ਜਿਹੜੇ ਕਾਂਚਨ ਸੋਨੇ ਦੇ ਸਰ ਲੈ, ਤੀਰ ਲੈ ਕਰਕੇ ਮਨੋ ਮਨ ਕੀ ਸੋ ਕਮਾਨ ਚੜ੍ਹਾਈ। ਮਨੋ ਦਾ ਅਰਥ ਮਾਨੋ, ਮਾਨੋ ਜਾਂ ਜਾਣੋ ਇਹ ਮਾਣ ਕੀ ਮਣੀਆਂ ਦੀ ਜਿਹੜੀ ਕਮਾਨ ਹੈ, ਮਣੀਆਂ ਦੀ ਜਿਹੜੀ ਕਮਾਨ ਅਤੇ ਉਹ ਜਿਹੜੇ ਤੀਰ ਸੋਨੇ ਦੇ ਉਹ ਚੜ੍ਹਾਏ ਹੋਏ ਹਨ। ਭਾਵ ਕਿ ਦੋ ਭਰਵੱਟੇ ਤਾਂ ਮਣੀਆਂ ਦੀ ਕਮਾਨ ਵਾਂਗ ਹਨ, ਮੱਥੇ ਉੱਪਰ ਕੇਸਰ ਦੀਆਂ ਦੋ ਜਿਹੜੀਆਂ ਲਕੀਰਾਂ ਉਹ ਇਵੇਂ ਜਿਵੇਂ ਸੋਨੇ ਦੇ ਤੀਰ ਹਨ। ਯੁਗ ਕਾਂਚਨ ਕੇ ਸਰ ਲੈ ਰਤ ਨਾਹੀਂ, ਰੱਤੀ ਦਾ ਜੋ ਪਤੀ ਹੈ ਉਸ ਨੇ ਜਿਹੜੇ ਹੈ ਯੁਗ ਕਾਂਚਨ ਦੋ ਜਿਹੜੇ ਸੋਨੇ ਦੇ ਸਰ ਕਹੀਏ ਤੀਰ ਲੈ ਕਰਕੇ ਮਨੋ ਮਨ ਕੀ, ਮਾਨੋ ਕਿ ਮਣੀਆਂ ਦੀ ਜਿਹੜੀ ਹੈ ਉਹ ਕਮਾਨ ਹੀ ਲਈ ਹੋਈ ਹੈ। ਮਣੀਆਂ ਦੀ ਕਮਾਨ ਦੇ ਉੱਪਰ ਉਹ ਦੋ ਤੀਰ ਸੋਨੇ ਦੇ ਚੜ੍ਹਾਏ ਹੋਏ ਹਨ। ਭਾਵ ਕਿ ਸੋਨੇ ਦੇ ਜਿਹੜੇ ਦੋਨੋਂ ਭਰਵੱਟੇ ਆ ਇਹਦੇ ਮਣੀਆਂ ਦੀ ਕਮਾਨ ਹੀ ਸਮਝ ਲਓ। ਮੱਥੇ ਉੱਪਰ ਜਿਹੜੇ ਕੇਸਰ ਦੀਆਂ ਦੋ ਲਕੀਰਾਂ ਦਾ ਕਥਨ ਕੀਤਾ ਉਹ ਮਾਨੋ ਦੋ ਤੀਰ ਉੱਪਰ ਚੜ੍ਹੇ ਹੋਏ ਹਨ। ਕੱਚ ਘੂੰਗਰਵੰਤ ਸੋ ਮੰਦ ਸਮੀਰ ਫੁਰੇ, ਹੇ ਪ੍ਰਭੂ ਤੁਹਾਡੇ ਜਿਹੜੇ ਕੱਚ ਨਾਮ ਕੇਸ ਦਾ, ਤੁਹਾਡੇ ਜਿਹੜੇ ਕਾਲੇ ਕੇਸ ਹੈ ਘੂੰਗਰਵੰਤ ਉਹ ਘੁੰਗਰਾਂ ਵਾਲੇ ਹੈ, ਘੁੰਗਰਾਲੇ ਹਨ। ਮੰਦ ਸਮੀਰ ਫੁਰੇ, ਮੰਦ ਹੌਲੀ ਹੌਲੀ, ਸਮੀਰ ਜਿਹੜੀ ਹਵਾ ਹੈ ਉਹ ਹਵਾ ਫੁਰੇ ਫੁਰਨ ਨਾਲ ਜਾਂ ਚੱਲਣ ਨਾਲ। ਤਿਨ ਕੀ ਛਵੀ ਯੋ ਮਨ ਆਈ, ਉਸ ਮੁਖ ਤਿਨ ਕੀ ਛਵੀ, ਉਹਨਾਂ ਘੁੰਗਰਾਲੇ ਕਾਲੇ ਕੇਸਾਂ ਦੀ ਜਿਹੜੀ ਤਿਨ ਕੀ ਕਹੀਏ ਉਹਨਾਂ ਕਾਲੇ ਕੇਸਾਂ ਦੀ ਜਿਹੜੀ ਛਵੀ ਹੈ ਸ਼ੋਭਾ ਉਹ ਤਾਂ ਕਹਿੰਦੇ ਮੇਰੇ ਮਨ 'ਚ ਇਉਂ ਆਈ ਹੋਈ ਹੈ ਵੀ ਉਹ ਜਿਹੜੇ ਘੁੰਗਰਾਲੇ ਤੁਹਾਡੇ ਕਾਲੇ ਕੇਸ ਹੈ ਮੰਦ ਸਮੀਰ ਫੁਰੇ, ਜਦੋਂ ਹੌਲੀ ਹੌਲੀ, ਮੰਦ ਦਾ ਅਰਥ ਹੌਲੀ ਹੌਲੀ ਜਦੋਂ ਸਮੀਰ ਹਵਾ ਫੁਰਦੀ ਚੱਲਣ ਨਾਲ ਅਤੇ ਉਹ ਮੁੱਖ ਵੱਲ ਅੱਖਾਂ ਵੱਲ ਨੂੰ ਆਉਂਦੇ ਹਨ। ਕੇਸ ਹਿੱਲ ਕੇ ਹਵਾ ਨਾਲ ਹੌਲੀ ਹੌਲੀ, ਅਤੇ ਉਹਨਾਂ ਕੇਸਾਂ ਦੀ ਜਿਹੜੀ ਛਵੀ ਹੈ ਸ਼ੋਭਾ ਕਹਿੰਦੇ ਮੇਰੇ ਮਨ 'ਚ ਤਾਂ ਇਉਂ ਆਈ ਹੈ। ਸੋ ਮਨੋ ਮੁਖ ਕੰਜ ਅਮੋਦ ਗਹੇ, ਮਨੋ ਸੋ ਮਾਨੋ ਕਿ ਆਪ ਜੀ ਦਾ ਜਿਹੜਾ ਮੁੱਖ ਮੁਖੜਾ ਉਹ ਤਾਂ ਕੰਜ ਕਮਲ ਵਰਗਾ, ਕਮਲ ਫੁੱਲ ਵਰਗਾ ਖਿੜਿਆ ਹੋਇਆ ਹੈ, ਲਾਲ ਸੁਰਖ।
ਤੇ ਕੇ ਭ੍ਰਮ ਰਾਵਲ ਕਾ ਭ੍ਰਮ ਹੈ ਵਿਗਸਾਈ। ਕੇਸ ਮਾਨੋ ਭ੍ਰਮ ਰਾਵਲ। ਭ੍ਰਮਰ ਨਾਮ ਹੁੰਦਾ ਹੈ ਭੌਰਿਆਂ ਦਾ। ਰਾਰੇ ਵਿੱਚੋਂ ਐੜਾ ਨਿਕਲ ਆਉਣਾ ਤੇ ਉਹ ਹੋ ਜਾਣਾ ਆਵਲ, ਜਾਂ ਕੰਨੇ ਵਿੱਚੋਂ ਐੜਾ ਨਿਕਲ ਆਉਣਾ ਤੇ ਆਵਲ ਹੋ ਜਾਣਾ। ਆਵਲ ਨਾਮ ਕਤਾਰਾਂ ਪੰਗਤੀਆਂ ਦਾ ਹੁੰਦਾ। ਭ੍ਰਮਰ ਭੌਰਿਆਂ ਦੀ ਜੇ ਆਵਲ ਕਤਾਰਾਂ ਵਾਂਗ ਵਿਗਸਾਈ ਖੁਸ਼ ਹੋ ਕੇ ਆਮੋਦ ਆਨੰਦ ਦੀ ਸੁਗੰਧੀ ਗਹੇ ਗ੍ਰਹਿਣ ਕਰ ਲਈ। ਤੁਹਾਡੇ ਚਿਹਰੇ 'ਤੇ ਭਰਮਦੇ ਫਿਰਦੇ ਹੈ, ਘੁੰਮਦੇ ਫਿਰ ਰਹੇ ਹੈ। ਸੋ ਮਨੋਮੁਖ ਕੰਜ ਅਮੋਦ ਗਹੇ। ਜੇ ਤੁਕ ਦਾ ਅਰਥ ਲਾਉਣਾ ਅਨਵੇਂ ਨਹੀਂ ਕਰਨਾ, ਸਿੱਧਾ ਅਰਥ ਐਵੇਂ ਵੀ ਮਾਨੋ ਆਪ ਜੀ ਦਾ ਮੁੱਖ ਕਮਲ ਫੁੱਲ ਵਰਗਾ ਹੈ ਖਿੜਿਆ ਹੋਇਆ, ਤੇ ਅਮੋਦ ਗਏ ਉਹਦੇ ਉੱਪਰ ਅਮੋਦ ਜਿਹੜਾ ਆਨੰਦ ਖੇੜਾ ਹੈ ਗਹੇ ਉਹਨੂੰ ਗ੍ਰਹਿਣ ਕਰ ਰਹੇ ਹੈ। ਉਹ ਕੀ ਭ੍ਰਮ ਰਾਵਲ, ਮਾਨੋ ਜਿਵੇਂ ਭ੍ਰਮਰਾਂ ਭੌਰਿਆਂ ਦੀਆਂ ਆਵਲ ਪੰਗਤੀਆਂ ਕਮਲ ਫੁੱਲ ਦੇ ਉੱਪਰ ਭਰਮ ਕਹੀਏ ਫਿਰਦੀਆਂ ਹੁੰਦੀਆਂ ਹੈ ਵਿਗਸਾਈ ਖੁਸ਼ ਹੋ ਕੇ। ਇਸੇ ਤਰ੍ਹਾਂ ਉਹ ਜਿਹੜੇ ਕਾਲੇ ਕੇਸ ਘੁੰਘਰਾਲੇ ਆਪ ਜੀ ਦੇ ਕਮਲ ਮੁੱਖ ਤੇ ਹਵਾ ਨਾਲ ਇਵੇਂ ਉੱਥੇ ਉਹ ਅੱਖਾਂ ਵੱਲ ਨੇਤਰਾਂ ਵੱਲ ਜਾਂ ਮੁੱਖ ਵੱਲ ਆਉਂਦੇ, ਮਾਨੋ ਕਿ ਉਹਦੇ ਮਨ ਵਿੱਚ ਜਿਹੜੇ ਘੁੰਘਰਾਲੇ ਕੇਸ ਉਹਦੇ ਭੌਰੇ ਹੀ ਹੈ। ਭੌਰਿਆਂ ਦੀਆਂ ਪੰਗਤੀਆਂ ਕਤਾਰਾਂ ਭਰਮ ਦੀਆਂ ਫਿਰਦੀਆਂ ਖੁਸ਼ ਹੁੰਦੀਆਂ ਤੁਹਾਡੇ ਮੁੱਖ ਕਮਲ ਉੱਪਰ, ਤੇ ਆਮੋਦ ਗਹੇ ਆਨੰਦ ਦੀ ਸੁਗੰਧੀ ਨੂੰ ਜਿਹੜੀਆਂ ਉਹ ਗਹੇ ਗ੍ਰਹਿਣ ਕਰ ਰਹੇ ਹਨ। ਸਵਈਆ ਪਦ ਪਾਵਨ ਕੋਮਲ ਪੰਕਜ ਸੇ। ਹੇ ਪ੍ਰਭੂ ਜੀ, ਆਪ ਜੀ ਦੇ ਜਿਹੜੇ ਪਦ ਪਾਵਨ ਚਰਨ ਪਵਿੱਤਰ ਹਨ, ਤੇ ਕੋਮਲ ਪੰਕਜ ਸੇ, ਪੰਕਜ ਕਮਲ ਵਰਗੇ, ਕੋਮਲ ਸੇ ਦਾ ਅਰਥ ਵਰਗੇ ਵਾਂਗ, ਕਮਲ ਵਾਂਗ ਜਾਂ ਕਮਲ ਵਰਗੇ ਕੋਮਲ ਨਰਮ ਹਨ। ਅਰੁਣਾ ਨਖ ਅੰਗਲ ਕੇ ਸਿਖ ਮਾਹੀ। ਅਤੇ ਆਪ ਜੀ ਦੇ ਚਰਨਾਂ ਦੀਆਂ ਜਿਹੜੀਆਂ ਉਂਗਲਾਂ ਹਨ, ਅੰਗੁਲ ਕੇ ਸਿਖ ਮਾਹੀ, ਉਂਗਲਾਂ ਦੇ ਸਿਖਰਾਂ ਵਿੱਚ ਆਪ ਜੀ ਦੇ ਜਿਹੜੇ ਨਖ ਨਹੁੰ ਹੈ ਉਹ ਅਰਣਾ ਲਾਲ ਹਨ, ਜੋ ਬਹੁਤ ਹੀ ਸੋਭਾ ਪਾ ਰਹੇ ਹਨ। ਜਿਹੜੇ ਪਵਿੱਤਰ ਆਪ ਜੀ ਦੇ ਪਾਵਨ ਚਰਨ ਹਨ ਉਹ ਕਾਦੇ ਵਰਗੇ, ਕਮਲ ਫੁੱਲ ਦੀ ਨਿਆਈ ਕੋਮਲ ਹਨ, ਤੇ ਚਰਨਾਂ ਉੱਪਰ ਜਿਹੜੀਆਂ ਉਂਗਲਾਂ ਹੈ ਉਹ ਉਂਗਲਾਂ ਦੇ ਸਿਖ ਕਹੀਏ ਚੋਟੀ ਦੇ ਸਿਖਰੇ ਦੇ ਵਿੱਚ ਜਿਹੜੇ ਨਹੁੰ ਲੱਗੇ ਹੋਏ ਹੈ, ਨਹੁੰ ਸੁਭਾਏਮਾਨ ਮਹਾਰਾਜ ਉਹਦੇ ਅਰਣਾ ਬੜੇ ਹੀ ਲਾਲ ਹਨ, ਸੋਭਾ ਪਾ ਰਹੇ ਹੈ ਜਿਵੇਂ ਕਮਲ ਫੁੱਲ ਸੋਭਾ ਪਾਉਂਦਾ ਲਾਲ, ਇਸ ਪ੍ਰਕਾਰ ਹਨ। ਉਂਝ ਕਵੀ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਤੇ ਇਵੇਂ ਲਿਖਿਆ, ਮਹਾਰਾਜ ਪਰਮੇਸ਼ਰ ਰੂਪ ਗੁਰੂ ਮਹਾਰਾਜ ਤੁਹਾਡੇ ਦੇ ਚਰਨਾਂ ਦੇ ਜਿਹੜੇ ਨਹੁੰ ਦੇ ਚਰਨਾਂ ਦੀਆਂ ਉਂਗਲਾਂ 'ਤੇ ਨਹੁੰ ਲੱਗੇ ਆ, ਉਹਦੇ ਇਵੇਂ ਆ ਮਾਨੋ ਕਿ ਹੀਰੇ ਹੀ ਜੜੇ ਹੋਏ। ਇਸ ਦੇ ਲਾਲ ਹੀ ਗਿਆ ਨਾ, ਉੱਥੇ ਕਿਹਾ ਵੀ ਹੀਰੇ ਜੜੇ ਹੋਏ। ਸ਼ੁਭ ਅੰਕਸ ਔਪਨ ਵਜਰ ਤੁਝਾ। ਹੇ ਪ੍ਰਭੂ, ਬਹੁਤ ਹੀ ਜਿਹੜੇ ਸ਼ੁਭ ਅੰਕਸ ਸੁੰਦਰ ਜਿਹੜੇ ਅੰਕਸ ਕੁੰਡੇ ਹੈ, ਔਪੁਨ ਔ ਦਾ ਅਰਥ ਅਤੇ ਪੁੰਨ ਅੰਕਸ ਦਾ ਅਰਥ ਕੁੰਡੇ, ਹਸਤੀ ਸਿਰ ਜੋ ਅੰਕਸ ਹੈ। ਹੇ ਪ੍ਰਭੂ, ਬਹੁਤ ਸੁੰਦਰ ਕੁੰਡੇ ਔਪੁਨ, ਅਤੇ ਫਿਰ ਵਜਰ ਕਹੀਏ ਧਨਖ ਦਾ ਜਿਹੜਾ ਧੁਜਾ ਕਹੀਏ ਨਿਸ਼ਾਨ। ਕਿਲ ਕੰਜ ਲਸੇ ਪਦ ਪੰਕਜ ਮਾਹੀ। ਕਿਲ ਦਾ ਅਰਥ ਹੁੰਦਾ ਨਿਸ਼ਚੇ ਕਰਕੇ ਤੁਹਾਡੇ ਜਿਹੜੇ ਪਦ ਪੰਕਜ ਮਾਹੀ, ਚਰਨ ਕਮਲਾਂ ਵਿੱਚ ਕਮਲ ਚਰਨਾਂ ਵਿੱਚ ਲਸੇ ਕਹੀਏ ਚਮਕ ਰਿਹਾ ਹੈ।
शुभ अंक सा। हे प्रभु बहुत सुंदर कुंडे ਅਸ਼ੁਭ ਅੰਕ ਬਹੁਤ ਸੁੰਦਰ ਕੁੰਡੇ ਅਤੇ ਪੁੰਨ ਫਿਰ ਵਜਰ ਧੁਜਾ ਧਨਕ ਦਾ ਜਿਹੜਾ ਧੁਜਾ ਨਿਸ਼ਾਨ ਹੈ, ਨਿਸ਼ਚੇ ਕਰਕੇ ਤੁਹਾਡੀ ਚਰਨ ਕਮਲਾਂ ਵਿੱਚ ਕਾਂਜ ਦਾ ਅਰਥ ਕਮਲ ਫੁੱਲ, ਤੁਹਾਡੇ ਚਰਨ ਕਮਲਾਂ ਵਿੱਚ ਲਸੇ ਕਹੀਏ ਲਸਕ ਰਿਹਾ ਹੈ, ਚਮਕ ਰਿਹਾ ਹੈ। ਧਨਕ ਦਾ ਨਿਸ਼ਾਨ, ਸੁੰਦਰ ਕੁੰਡੇ ਦਾ ਨਿਸ਼ਾਨ। ਲਸੇ ਇੱਥੇ ਕਿਲ ਕੰਜ ਲਸੇ, ਪਾਠ ਅੰਤਰ ਦੂਜਾ ਪਾਠ ਵੀ ਹੈਗਾ ਇੱਥੇ। ਕੰਜਲ ਸੇ, ਕੰਜਲ ਸੇ ਉਹਦਾ ਅਰਥ ਇਵੇਂ ਬਣ ਜਾਂਦਾ ਕਿ ਕੰਜਲ ਨਾਮ ਕਮਲ ਦਾ ਹੀ ਹੈ, ਸੇ ਨਾਮ ਸਰੀਖੇ ਦਾ, ਵਰਗੇ ਦਾ, ਭਾਵ ਕਮਲ ਸਰੀਖੇ ਕਮਲ ਵਰਗਾ ਲਸੇ ਕਹੀਏ ਚਮਕ ਰਿਹਾ ਹੈ। ਕੀ ਚਮਕ ਰਿਹਾ? ਬੱਜਰ ਧੁਜਾ, ਧਨਕ ਦਾ ਨਿਸ਼ਾਨ ਅਤੇ ਸ਼ੁਭ ਅੰਕ ਚੰਗਾ ਜਿਹੜਾ ਕੁੰਡਾ, ਸੋਹਣਾ ਕੁੰਡਾ, ਉਹਦਾ ਨਿਸ਼ਾਨ ਤੁਹਾਡੇ ਚਰਨ ਕਮਲਾਂ ਦੇ ਵਿੱਚ ਨਿਸ਼ਚੇ ਕਰਕੇ ਲਸੇ ਲਸਕ ਰਿਹਾ, ਚਮਕ ਰਿਹਾ ਹੈ ਜੀ। ਸਰਨਾਗਤ ਕੇ ਭੈ ਮੋਚਕ ਹੈ। ਪੱਬਾ ਯਈਆ ਪਾਠ ਇਹਨੂੰ ਭੈ ਕਰਕੇ ਪੜ੍ਹਨਾ, ਭੱਬੇ ਤਲਾਵਾਂ ਦੇ ਨਾਲ। ਯਈਆ ਪੜ੍ਹਨ ਦੀ ਜ਼ਰੂਰਤ ਨਹੀਂ, ਭੈ ਪਾਠ ਹੀ ਕਰ ਲੈਣਾ। ਹੇ ਪ੍ਰਭੂ ਜਿਹੜਾ ਮਨੁੱਖ ਵੀ ਆਪ ਜੀ ਦੇ ਐਸੇ ਚਰਨ ਕਮਲਾਂ ਦੀ ਜੋ ਉੱਪਰ ਦੱਸੇ ਹੈ, ਸਰਨਾਗਤ, ਸ਼ਰਨ ਆਗਤ, ਸ਼ਰਨ ਨਾਮ ਓਟ ਦਾ ਹੁੰਦਾ, ਆਗਤ ਨਾਮ ਆਉਣ ਦਾ ਹੁੰਦਾ। ਜਿਹੜਾ ਐਸੇ ਚਰਨ ਕਮਲਾਂ ਦੀ ਓਟ ਵਿੱਚ ਆਗਤ ਆ ਕੇ ਪ੍ਰਾਪਤ ਹੁੰਦਾ ਹੈ, ਉਸ ਦਾ ਕੀ ਕਰਦੇ? ਉਸ ਦੇ ਸਭ ਪ੍ਰਕਾਰ ਦੇ ਜਿਹੜੇ ਭੈ, 7 ਪ੍ਰਕਾਰ ਦਾ ਡਰ ਹੈ, ਭਾਵ ਬੇਅੰਤੀ 7 ਪ੍ਰਕਾਰ ਦਾ ਡਰ ਕੀ ਬੇਅੰਤੀ ਜਿਹੜੇ ਡਰ ਹੈ, ਮੋਚਕ ਆਪ ਜੀ ਕੱਟ ਦਿੰਦੇ ਹੈ। ਹੈ ਦਾ ਅਰਥ ਹਨ ਵੀ, ਹੈ ਦਾ ਅਰਥ ਹੈ ਵੀ, ਕੱਢ ਦਿੰਦੇ ਹੋ ਜਾਂ ਕੱਢ ਦਿੰਦੇ ਹਨ। ਇੱਕ ਬੰਧਨ ਤੇ ਭਵ ਫੰਦਨ ਜਾਹੀ, ਆਪ ਜੀ ਦੇ ਚਰਨ ਕਮਲਾਂ ਦੇ ਵਿੱਚ ਇੱਕ ਬੰਧਨ, ਇੱਕ ਵਾਰ ਨਮਸਕਾਰ ਕਰਨ ਨਾਲ ਹੀ ਭਵ ਫੰਦਨ, ਭਵ ਨਾਮ ਸੰਸਾਰ ਦਾ, ਸੰਸਾਰ ਦੇ ਸਾਰੇ ਜਿਹੜੇ ਫੰਦਨ ਫਾਹੇ ਹੈ ਉਹ ਨਾਸ ਹੋ ਜਾ ਹੀ ਜਾਂਦੇ ਹਨ। ਜਿਹੜੇ ਉੱਪਰ ਆਪ ਜੀ ਦੇ ਚਰਨ ਦੱਸੇ ਹੈ, ਜਿਹੜਾ ਆਪ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਆਗਤ ਆ ਕੇ ਪ੍ਰਾਪਤ ਹੁੰਦਾ, ਮਹਾਰਾਜ ਉਹਨੂੰ ਤੁਸੀਂ ਕੀ ਕਰਦੇ? ਉਹਦੇ ਸਾਰੇ ਭੈ ਮੋਚਕ ਕਹੀਏ ਕੱਟ ਦਿੰਦੇ ਹੋ। ਅਤੇ ਆਪ ਜੀ ਦੇ ਤੇ ਐਸੇ ਚਰਨ ਕਮਲ ਹੈ, ਇੱਕ ਬੰਧਨ ਨਮਸਕਾਰ ਕਰਨ ਦੇ ਨਾਲ ਹੀ ਤੁਸੀਂ ਸੰਸਾਰ ਦੇ ਜਿੰਨੇ ਫੰਦਨ ਫਾਹੇ ਹੈ ਉਹ ਵੀ ਕੱਢ ਦਿੰਦੇ ਹੋ ਜੀ, ਕੱਟੇ ਜਾਂਦੇ ਹਨ। ਧਰਮਾਨਵ ਦੇਹ ਸੋ ਪਾਰਥ ਖੰਡ, ਇਸ ਲਈ ਕਵੀ ਜੀ ਇਹ ਕਹਿਣ ਦਾ ਪ੍ਰਯੋਜਨ ਜੋ ਸੀ ਉਹ ਕਹਿ ਰਹੇ ਹੈ ਕਿ ਹੇ ਵੇਖ ਭਾਈ, ਇਹ ਜਿਹੜਾ ਭਾਰਤ ਖੰਡ, ਭਾਰਤ ਦਾ ਖੰਡ ਕਹੀਏ ਹਿੱਸਾ, ਭਾਵ ਕਿ ਭਾਰਤ ਦੇਸ਼ ਦੀ ਜਿਹੜੀ ਕਰਮ ਭੂਮੀ ਵਿੱਚ ਅਮੋਲਕ ਧਰਮ ਮਾਨਵ ਦੇ, ਅਮੋਲਕ ਜਿਹੜੀ ਮਨੁੱਖਾਂ ਦੇ ਉਹ ਧਾਰਨ ਕਰਕੇ ਵੀ ਜਿਨ੍ਹਾਂ ਨੇ ਭਜੇ ਹਰ ਪਾਦ ਧਰੇ ਜਗ ਮਾਹੀ, ਜਿਨ੍ਹਾਂ ਨੇ ਵੀ ਹਰ ਪਰਮਾਤਮਾ ਦੇ ਪਾਦ ਚਰਨ ਜਿਹੜੇ ਭਜੇ, ਭਜਨਾ ਕੀਤੇ, ਸਿਮਰਨਾ ਕੀਤੇ ਹੈ, ਤਰੇ ਜਗ ਮਾਹੀ, ਉਹ ਸਾਰੇ ਇਸ ਸੰਸਾਰ ਸਮੁੰਦਰ ਵਿੱਚੋਂ ਤਰ ਜਾਂਦੇ ਹੈ, ਪਾਰ ਹੋ ਜਾਂਦੇ ਹਨ। ਪਾਰ ਹੋ ਗਏ ਹੈ, ਪਾਰ ਹੁੰਦੇ ਰਹਿਣਗੇ ਅਤੇ ਪਾਰ ਹੋ ਜਾਣਗੇ। ਇਹ ਮਨੁੱਖ ਤੇ ਬੜੀ ਕਠਿਨਾਈ ਨਾਲ ਮਿਲੀ ਹੈ, ਅਤੇ ਜਿਨ੍ਹਾਂ ਨੂੰ ਭਾਰਤ ਖੰਡ, ਭਾਰਤ ਦੇ ਹਿੱਸੇ ਭਾਵ ਭਾਰਤ ਦੀ ਧਰਤੀ ਵਿੱਚ ਮਨੁੱਖਾਂ ਦੇ ਧਾਰਨ ਦਾ ਮੌਕਾ ਮਿਲਿਆ, ਅਤੇ ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਚਰਨ ਭਜੇ ਆ, ਸਿਮਰਨਾ ਕੀਤੇ ਆ, ਉਹ ਸੰਸਾਰ ਵਿੱਚ ਤਰੇ ਆ। ਜਿਹਨੇ ਇੱਥੇ ਆ ਕੇ ਭਾਰਤ ਖੰਡ ਵਿੱਚ ਬੰਦਗੀ ਨਹੀਂ ਕੀਤੀ, ਉਹਦੇ ਵਰਗਾ ਨਿਭਾਗਾ ਹੀ ਕੋਈ ਨਹੀਂ। ਉਹਦੇ ਨਾ ਹੋਏ ਦੇ ਬਰਾਬਰ ਹੀ ਆ ਵੀ ਇਹੋ ਜਿਹੇ ਥਾਂ 'ਤੇ
ਪਾ ਕੇ ਜਨਮ ਫਿਰ ਹੀ ਉਹ ਵਾਂਝੇ ਦਾ ਵਾਂਝਾ ਹੀ ਰਹਿ ਗਿਆ। ਇਸ ਕਰਕੇ ਭਜਨ ਬੰਦਗੀ ਕਰਨੀ ਚਾਹੀਦੀ ਕਵੀ ਜੀ ਦਾ ਇਹੀ ਪ੍ਰਯੋਜਨ ਵੀ ਭਾਈ ਮਨੁੱਖ ਜਨਮ ਤੈਨੂੰ ਇੱਥੇ ਮਿਲਿਆ, ਮਾਤ ਲੋਕ ਧਰਤੀ ਭਾਰਤ ਖੰਡ 'ਤੇ ਸਿਮਰਨ ਕਰਿਆ ਕਰ। ਮਨ ਨੂੰ ਵੀ ਕਹਿੰਦੇ ਆ ਅਤੇ ਸਾਨੂੰ ਵੀ ਕਹਿੰਦੇ ਹਨ। ਸਵਈਆ ਹਰਿ ਕੇ ਪਦ ਪੰਕਜ ਪ੍ਰੇਮ ਕਰੈ। ਇਹ ਭਾਈ ਸਦਾ ਪਰਮਾਤਮਾ ਦੇ ਜਿਹੜੇ ਚਰਨ ਕਮਲ ਹੈ ਉਹਨਾਂ ਚਰਨ ਕਮਲਾਂ ਨਾਲ ਪ੍ਰੇਮ ਪਿਆਰ ਕਰਦਾ ਹੀ ਰਹੇ। ਨਾ ਕਰੇ ਹਰ ਵੇਮੁਖ ਲੋਗਨ ਸੰਗਾ। ਅਤੇ ਪਰਮਾਤਮਾ ਤੋਂ ਜਿਹੜੇ ਹਰ ਵੇਮੁਖ ਪਰਮਾਤਮਾ ਤੋਂ ਜਿਹੜੇ ਟੁੱਟੇ ਹੋਏ ਸਾਖਤ ਲੋਕ ਜਿਹੜੇ ਕਹਿੰਦੇ ਵੀ ਅੰਮ੍ਰਿਤ ਕੌਰਾ ਵਿਖਿਆ ਮੀਠੀ, ਇਹ ਮਾਇਆ ਦੇ ਉਪਾਸਕ ਲੋਕਾਂ ਦਾ ਸੰਗਾ ਜਿਹੜਾ ਸਾਥ ਹੈ ਕਦੇ ਵੀ ਨਾ ਕਰਨਾ ਕਰੇ। ਸੌਖੇ ਦੇ ਅਰਥ ਹਨ ਇਹ ਤੁਕਦੇ। ਨਹਿ ਆਪਨ ਮਾਨ ਸੋ ਭੂਲ ਜਾਹੇ। ਅਤੇ ਉਹ ਮਨੁੱਖ ਦਾ ਐਸਾ ਸੁਭਾਅ ਚਾਹੀਦਾ ਕਿ ਉਹ ਆਪ ਦਾ ਜਿਹੜਾ ਮਾਣ ਆਦਰ ਸਨਮਾਨ ਭੁੱਲ ਕਰਕੇ ਵੀ ਨਹਿ ਨਾ ਚਾਹੁਣਾ ਕਰੇ ਵੀ ਮੇਰਾ ਮਾਣ ਸਤਿਕਾਰ ਹੋਵੇ। ਇੱਧਰ ਭੁੱਖ ਨਾ ਰੱਖੇ। ਪੁਨ ਔਰਨ ਕੋ ਨਾ ਕਰੇ ਮਨ ਭੰਗਾ। ਫਿਰ ਔਰਨ ਹੋਰਾਂ ਦੇ ਹਿਰਦੇ ਨੂੰ ਹੋਰਨਾਂ ਦੇ ਮਨ ਕਹੀਏ ਮਾਣ ਆਦਰ ਨੂੰ ਕਦੇ ਵੀ ਭੰਗਾ ਨਾਸ ਨਾ ਕਰੇ। ਆਪਣਾ ਮਾਣ ਚਾਹੇ ਨਾ ਅਤੇ ਹੋਰਾਂ ਦੇ ਮਾਣ ਨੂੰ ਹੋਰਾਂ ਦੇ ਮਨ ਨੂੰ ਅਵਰਾ ਆਖ ਦਿਖਾਏ ਵਾਲੀ ਗੱਲ ਕਰਕੇ ਭੰਗਾ ਨਾਸ ਨਾ ਕਰੇ। ਦੂਜਿਆਂ ਦੇ ਦਿਲ ਨਾ ਢਾਉਂਦਾ ਫਿਰੇ। ਸਭ ਔਰਤ ਜੇ ਜਗ ਰੰਗ ਮਹਾਂ। ਸੰਸਾਰ ਦੇ ਅੰਦਰ ਔਰ ਹੋਰ ਜੋ ਮਹਾਂ ਬਹੁਤ ਤਰ੍ਹਾਂ ਦੇ ਰੰਗ ਤਮਾਸ਼ੇ ਆਨੰਦ ਆਦਿ ਹਨ ਉਹ ਸਾਰੇ ਦੇ ਸਾਰੇ ਤਜੇ ਕਹੀਏ ਤਿਆਗਣਾ ਕਰੇ ਛੱਡਣਾ ਕਰੇ। ਅਤੇ ਕਰੇਗੀ ਸੋ ਰਹੇ ਹਰ ਪੂਰਨ ਕੇ ਰੱਬ ਰੰਗਾ। ਸੋ ਜਿਹੜਾ ਕੇਵਲ ਹਰ ਜਗ੍ਹਾ ਹਰੀ ਪਰਮਾਤਮਾ ਵਾਹਿਗੁਰੂ ਪਰਿਪੂਰਨ ਲਬਾ ਲੱਭ ਭਰਿਆ ਹੋਇਆ ਹੈ, ਉਸ ਪਰਮਾਤਮਾ ਦੇ ਪੂਰਨ ਰਬਾ ਪੂਰਨ ਜਿਹੜਾ ਰੰਗਾ ਰੰਗ ਹੈ ਪੂਰਨ ਜਿਹੜਾ ਰੰਗਾ ਰੰਗ ਉਸ ਰੰਗ ਦੇ ਵਿੱਚ ਜਾਂ ਪ੍ਰੇਮ ਰੰਗ ਦੇ ਵਿੱਚ ਰੱਬ ਕਹੀਏ ਰੰਗਣਾ ਕਰੇ। ਸਭ ਔਰਤ ਅਜੀ ਜਗ ਰੰਗ ਮਹਾਂ ਜਗ ਦੇ ਵਿੱਚ ਜਿਹੜੇ ਬਹੁਤ ਹੀ ਰੰਗ ਤਮਾਸ਼ੇ ਹੈ ਨਾ ਨਾਟਕ ਚੇਟਕ ਹੈ ਉਹ ਤਾਂ ਸਾਰੇ ਦੇ ਸਾਰੇ ਤਿਆਗਣਾ ਕਰੇ। ਅਤੇ ਉਹ ਮਨੁੱਖ ਜਿਹੜਾ ਹੈ ਹਰੀ ਪਰਮਾਤਮਾ ਦੇ ਪਰਿਪੂਰਨ ਜੋ ਪਰਮੇਸ਼ਰ ਹੈ ਲਬਾ ਲੱਭ ਸਭ ਥਾਂ ਪਰਿਪੂਰਨ ਹੈ ਉਹਦੇ ਰੰਗਾ ਰੰਗ ਦੇ ਵਿੱਚ ਰਪਿਆ ਕਹੀਏ ਰੰਗਣਾ ਰਹੇ ਰੰਗਣਾ ਕਰੇ ਆਪਣੇ ਆਪ ਨੂੰ। ਇਹਦੇ ਵਿੱਚ ਹਰੀ ਪਰਿਪੂਰਨ ਦਾ ਭਾਵ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰਪਿਆ ਰੰਗਣਾ ਕਰੇ ਰੰਗਿਆ ਰਹੇ। ਇਸ ਤਰ੍ਹਾਂ ਨਾਲ ਚੱਲੇ। ਇੱਕ ਠੌਰ ਆਹਾਰ ਕਰੇ ਨਾ ਸਦਾ। ਐਸਾ ਜੀਵਨ ਧਾਰਨ ਵਾਲੇ ਸੰਤ ਜਨ ਇੱਕ ਠੌਰ ਆਹਾਰ ਕਰੇ ਨਾ ਸਦਾ। ਇੱਕ ਠੌਰ ਕਹੀਏ ਥਾਂ ਤੋਂ ਸਦਾ ਹਮੇਸ਼ਾ ਹੀ ਆਹਾਰ ਜਿਹੜਾ ਭੋਜਨ ਉਹ ਨਾ ਖਾਣਾ ਕਰੇ। ਸੋਭ ਸਤ ਧਰੇ ਬ੍ਰਿਤ ਨੀਰ ਬਹੰਗਾ। ਉਹ ਸ੍ਰੇਸ਼ਟ ਮਹਾਤਮਾ ਜਨ ਵਿਹੰਗਾ ਪੰਛੀਆਂ ਦੀ ਤਰ੍ਹਾਂ ਆਪਣੀ ਜਿਹੜੀ ਵਿਹੰਗਾ ਨਾਮ ਪੰਛੀਆਂ ਦੀ ਤਰ੍ਹਾਂ ਜਿਹੜੀ ਬਿਰਤੀ ਆ ਉਹ ਉਪਜੀਵਕਾ ਧਰੇ ਧਾਰਨ ਕਰਕੇ ਰੱਖੇ। ਕਿਉਂਕਿ ਜਿਵੇਂ ਪੰਛੀ
ਜਿਹੜਾ ਨੀਰ ਪਾਣੀ ਆਦਿਕ ਚੀਜ਼ਾਂ ਦੇ ਕੇ ਬੈਠਦੇ ਆ ਨਾ, ਭਾਵ ਪੰਛੀ ਸਦਾ ਇੱਕ ਥਾਂ ਤੋਂ ਭੋਜਨ ਨਹੀਂ ਛਕਦੇ। ਉਹ ਤਾਂ ਦਰਖਤ 'ਤੇ ਪਾਣੀ ਆਦਿ ਦੀ ਆਸ ਕਰਕੇ ਜਿੱਥੋਂ ਕੁਝ ਦਾਣਾ ਚੋਗਾ ਮਿਲਿਆ ਉਸ ਨੂੰ ਖਾ ਕੇ ਅੱਗੇ ਉਡਾਰੀ ਮਾਰ ਜਾਂਦੇ। ਗੁਰਬਾਣੀ 'ਚ ਵੀ ਆਉਂਦਾ, ਪਰੰਦੇ ਨਾ ਗਿਰਾ ਹਜ਼ਾਰ, ਦਰਖਤ ਆਬ ਆਸ ਕਰ। ਪਾਣੀ ਦੇ ਦਰਖਤ ਦੀ ਆਸ ਕਰਕੇ ਉਹ ਪਰੰਦੇ ਜਿਹੜੇ ਪੰਛੀ ਆ ਨਾ, ਉਹ ਆਪਣਾ ਗਿਰਾਹ ਘਰ ਜਿਹਾ ਬਣਾਉਂਦੇ ਆ। ਜਦੋਂ ਵੇਖਦੇ ਵੀ ਹੁਣ ਨਹੀਂ ਇੱਥੇ ਰਹਿਣਾ ਤੇ ਚਲੇ ਜਾਂਦੇ। ਇਸੇ ਤਰ੍ਹਾਂ ਰਹੇ ਇੱਕ ਠੌਰ ਆਹਾਰ ਕਰੇ ਨਾ ਸਦਾ। ਇਵੇਂ ਵੀ ਜਿਹੜੇ ਉਪਰੋਕਤ ਦੱਸੇ ਆ ਵੀ ਐਸਾ, ਇਹਦਾ ਅਰਥ ਸਾਰਾ ਦੂਸਰੇ ਰੂਪ ਵਿੱਚ ਵੀ ਲੱਗ ਜਾਂਦਾ। ਹਾਰ ਕੇ ਪਦ ਪੰਕਜ ਪ੍ਰੇਮ ਕਰੇ। ਜਿਹੜੇ ਪਰਮੇਸ਼ਰ ਦੇ ਪਿਆਰੇ ਉਹ ਪਰਮਾਤਮਾ ਦੀ ਚਰਨ ਕਮਲਾਂ ਵਿੱਚ ਪ੍ਰੇਮ ਕਰਦੇ ਆ। ਨਾ ਕਰੇ ਹਰ ਵੇਮੁਖ ਲੋਕਾਂ ਸੰਗਾ। ਪਰਮਾਤਮਾ ਤੋਂ ਵੇਮੁਖ ਲੋਕਾਂ ਦੇ ਨਾਲ ਉਹ ਸੰਗ ਨਹੀਂ ਕਰਦੇ। ਇੱਕ ਤਾਂ ਹੈ ਨਾ ਵੀ ਕਰੇ ਨਾ, ਇੱਕ ਹੈ ਵੀ ਕਰਦੇ ਨਹੀਂ। ਇਹ ਹੁਣ ਅਰਥ ਦੂਸਰੇ ਰੂਪ ਵਿੱਚ। ਨੈ ਆਪਣ ਮਾਨਸ ਭੁੱਲ ਜਾਏ। ਫਿਰ ਉਹ ਮਹਾਤਮਾ ਆਪਣਾ ਮਾਨ ਸਤਿਕਾਰ ਭੁੱਲ ਕੇ ਵੀ ਨਹੀਂ ਚਾਹੁੰਦੇ। ਪੁਨ ਔਰਨ ਕੋ ਨਾ ਕਰੇ ਮਨ ਭੰਗਾ। ਫਿਰ ਹੋਰਾਂ ਦੇ ਮਨ ਕਹੀਏ ਮਾਨ ਸਤਿਕਾਰ ਨੂੰ ਭੰਗਾ ਨਾਸ ਨਹੀਂ ਕਰਦੇ, ਅਤੇ ਗੱਲਾਂ ਖਾ ਕੇ ਦੂਸਰੇ ਦੇ ਮਨ ਨੂੰ ਭੰਗਾ ਨਾਸ ਨਹੀਂ ਕਰਦੇ, ਦਿਲ ਨਹੀਂ ਦਿਖਾਉਂਦੇ। ਸਭ ਔਰਤ ਅਜੇ ਜਗ ਰੰਗ ਮਹਾਂ। ਜਗਤ ਵਿੱਚ ਜਿੰਨੇ ਰੰਗ ਤਮਾਸ਼ੇ ਨਾਚ ਗਾਣੇ ਫਿਲਮਾਂ TV ਆਦਿਕ ਨੱਚਣਾ ਟੱਪਣਾ ਇਹ ਸਾਰੇ ਉਹਨਾਂ ਨੇ ਛੱਡੇ ਹੁੰਦੇ ਆ। ਸੋ ਰਹੇ ਹਰ ਪੂਰਨ ਕੇ ਰੱਬ ਰੰਗਾ। ਪਰਿਪੂਰਨ ਜੋ ਪਰਮਾਤਮਾ ਹੈ ਉਹਦੇ ਰੰਗਾ ਪ੍ਰੇਮ ਦੇ ਵਿੱਚ ਹੀ ਰੱਬ ਕਹੀਏ ਰੰਗਣਾ ਕਰਦੇ ਰਹਿੰਦੇ ਹੈ। ਇੱਕ ਠੌਰ ਆਹਾਰ ਕਰੇ ਨਾ ਸਦਾ। ਫਿਰ ਉਹ ਐਸੇ ਤਿਆਗੀ ਹੁੰਦੇ ਆ ਵੀ ਐਸੇ ਮਹਾਂਪੁਰਸ਼ ਜੀਵਨ ਵਾਲੇ ਇੱਕ ਥਾਂ ਵੀ ਕਦੇ ਆਪਣਾ ਭੋਜਨ ਨਹੀਂ ਛਕਣਾ ਕਰਦੇ। ਜਿਵੇਂ ਭਗਤ ਰਾਮਾਨੰਦ ਜੀ, ਉਹ ਆਪਣੇ ਸੇਵਕਾਂ ਨੂੰ ਲਾ ਕੇ ਕਦੀ 7 ਭਿੱਖਿਆ ਹੀ ਖਾਂਦੇ ਸਨ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਓ, ਮਹਾਰਾਜ ਤਾਂ ਕੁਝ ਨਹੀਂ ਛਕਦੇ, ਪਰ ਭਾਈ ਬਾਲਾ ਮਰਦਾਨਾ ਜੀ ਇੱਧਰ ਉੱਧਰ ਵਿਚਰ ਕੇ ਛਕਦੇ ਸਨ। ਕੋਈ ਨਾਲ ਸਮਾਨ ਨਹੀਂ ਸੀ ਰੱਖਿਆ ਹੋਇਆ। ਸੋ ਬਸਤ ਧਰੇ ਬ੍ਰਿਤ ਨੀਰ ਬਹੰਗਾ। ਕਿਉਂਕਿ ਮਹਾਂਪੁਰਸ਼ਾਂ ਦੀ ਜਿਹੜੀ ਬਿਰਤੀ ਹੈ ਉਹ ਵਿਹੰਗਾ ਪੰਛੀਆਂ ਵਰਗੀ ਹੁੰਦੀ ਆ। ਅਤੇ ਉਹ ਇੱਥੇ ਪਾਠ ਜਿਹੜਾ ਹੈ, ਸੁਭ ਸੰਤ ਧਰੇ ਬ੍ਰਿਤ ਨੀਰ ਬਹੰਗਾ, ਇਹ ਪਾਠ ਮੁੱਖ ਹੈ। ਸੰਤ ਪਾਠ ਇੱਥੇ ਵੀ ਉਹ ਸੁਭ ਜਿਹੜੇ ਚੰਗੇ ਸੰਤ ਆ, ਸੁਭ ਸੰਤ ਪਾਠ ਕਰਨਾ ਇੱਥੇ। ਜਿਹੜੇ ਚੰਗੇ ਸੰਤ ਆ ਉਹ ਉਹਨਾਂ ਦੀ ਬ੍ਰਿਤ ਜਿਹੜੀ ਬਿਰਤੀ ਆ ਉਹ ਵਿਹੰਗਾ ਪੰਛੀਆਂ ਵਰਗੀ ਹੁੰਦੀ ਆ। ਪੰਛੀਆਂ ਵਰਗੀ ਬਿਰਤੀ ਧਰੇ ਕਹੀਏ ਧਾਰਨ ਕਰਦੇ ਹਨ। ਜਿਵੇਂ ਪੰਛੀ ਜਿੱਥੋਂ ਪਾਣੀ ਮਿਲਿਆ ਤੋਂ ਪਾਣੀ ਛਕ ਲਿਆ, ਜਿੱਥੋਂ ਚੋਗਾ ਮਿਲਿਆ ਤੋਂ ਚੋਗਾ ਛਕ ਲਿਆ। ਇਹੋ ਜਿਹੀ ਇਹਨਾਂ ਮਹਾਂਪੁਰਸ਼ਾਂ ਦੀ ਬਿਰਤੀ ਹੁੰਦੀ ਹੈ। ਸੋ ਇੱਥੇ ਜਿਹੜੇ 105 ਛੰਦ ਭਾਵ ਸਾਮਰਥ ਦੇ ਹੋ ਚੁੱਕੇ ਆ। ਅੱਗੇ ਜਿਵੇਂ ਅਗਲਾ ਛੰਦ ਆਵੇਗਾ ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਸਮਾਂ ਆਪਣਾ ਪੂਰਾ ਹੀ ਹੋ ਗਿਆ ਹੈ। ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਕਵੀ ਸਾਹਿਬ ਜੀ ਨੇ ਬਹੁਤ ਸੋਹਣੇ ਢੰਗ ਨਾਲ ਮਹਾਂਪੁਰਸ਼ਾਂ ਦੀ ਪਰਿਭਾਸ਼ਾ, ਪਰਮਾਤਮਾ ਦੇ ਸਰੂਪ ਦੇ ਦਰਸ਼ਨ, ਸਰੂਪ ਦਾ ਜਿਹੜਾ ਹੈ ਕਥਨ ਕੀਤਾ ਹੈ। ਇਸੇ ਪ੍ਰਕਾਰ ਨਾਲ ਇਹ ਮਹਾਤਮਾ ਜਨਾਂ ਦੀ ਕਮਾਈ ਦੀ ਗੱਲ ਹੁੰਦੀ। ਇੰਨਾ ਅਨੁਭਵ ਸੋਹਣੇ ਢੰਗ ਨਾਲ ਲਿਖਣਾ, ਵਿਰਾਗਮਈ ਲਿਖਣਾ ਸਭ ਦੇ ਹਿੱਸੇ ਨਹੀਂ ਆਇਆ ਹੈ। ਮਹਾਰਾਜ ਕਿਰਪਾ ਕਰ ਸਾਨੂੰ ਵੀ ਸਮੱਤ ਬਖਸ਼ਣ, ਅਸੀਂ ਭਗਤੀ ਮਾਰਗ ਜੀਵਨ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰ ਸਕੀਏ। ਸਭ ਔਰਤ ਅਜੇ ਜਗ ਰੰਗ ਵਹਾਂ। ਸੋ ਰਹੇ ਹਰ ਪੂਰਨ ਕੇ ਰੱਬ ਰੰਗਾ। ਇੱਕ ਠੌਰ ਆਹਾਰ ਕਰੇ ਨਾ ਸਦਾ। ਸੁਭ ਸੰਤ ਧਰੇ ਬ੍ਰਿਤ ਨੀਰ ਬਿਹੰਗਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।